ਅੱਜ ਦੇ ਲੈਕਚਰ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ, ਅੱਜ ਅਸੀਂ ਪੰਜਾਬੀ ਦੇ ਪ੍ਰਸਿੱਧ ਗਲਪਕਾਰ ਸਵਰਗਵਾਸੀ ਡਾਕਟਰ ਦਲੀਪ ਕੌਰ ਟਿਵਾਣਾ ਦੀ ਮਸ਼ਹੂਰ ਜ਼ਮਾਨਾ ਕਹਾਣੀ ਸਤੀਆਂ ਸੇਈ ਉੱਪਰ ਵਿਚਾਰ ਚਰਚਾ ਕਰਾਂਗੇ। ਇਹ ਕਹਾਣੀ ਤੁਹਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਭਾਗ 12 ਦੇ ਵਿੱਚ ਅੰਕਿਤ ਹੈ। ਇਸ ਕਹਾਣੀ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਡਾਕਟਰ ਦਲੀਪ ਕੌਰ ਟਿਵਾਣਾ ਹੋਣਾ ਬਾਰੇ ਗੱਲ ਕਰਨੀ ਚਾਹਾਂਗਾ। ਡਾਕਟਰ ਦਲੀਪ ਕੌਰ ਟਿਵਾਣਾ ਦਾ ਨਾਮ ਕਿਸੇ ਤਾਰਫ ਜਾਂ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਪੰਜਾਬੀ ਕਹਾਣੀ ਨੂੰ ਅਤੇ ਪੰਜਾਬੀ ਨਾਵਲ ਨੂੰ, ਜੇ ਸਮੁੱਚੇ ਤੌਰ 'ਤੇ ਕਹੀਏ ਤਾਂ ਪੰਜਾਬੀ ਸਾਹਿਤ ਨੂੰ ਹੀ ਨਹੀਂ, ਭਾਰਤੀ ਸਾਹਿਤ ਨੂੰ ਔਰ ਵਿਸ਼ਵ ਸਾਹਿਤ ਨੂੰ ਡਾਕਟਰ ਦਲੀਪ ਕੌਰ ਟਿਵਾਣਾ ਦੀ ਵਿਸ਼ੇਸ਼ ਦੇਣ ਹੈ। ਉਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਅਤੇ ਹੋਰ ਬਹੁਤ ਸਾਰੇ ਪੁਰਸਕਾਰ ਜਿਹੜੇ ਆ ਉਹ ਮਿਲੇ ਆ, ਲੇਕਿਨ ਉਹਨਾਂ ਦੀ ਜਿਹੜੀ ਰਚਨਾ ਹੈ ਉਹ ਬਹੁਤ ਉੱਚ ਪਾਏ ਦੀ ਹੈ। ਮਾਨ ਸਨਮਾਨ ਮਿਲਣਾ ਇੱਕ ਵੱਖਰੀ ਗੱਲ ਹੈ, ਇਸ ਤੋਂ ਇਲਾਵਾ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਾ ਜਾਂ ਆਪਣੀ ਸਾਹਿਤਕ ਪ੍ਰਤਿਭਾ ਦਾ ਲੋਹਾ ਮਨਵਾਉਣਾ ਉਹ ਇੱਕ ਵੱਖਰੀ ਗੱਲ ਹੈ। ਸੋ ਡਾਕਟਰ ਦਲੀਪ ਕੌਰ ਟਿਵਾਣਾ ਨੂੰ ਬਹੁਤ ਸਾਰੇ ਮਾਨ ਸਨਮਾਨ ਵੀ ਮਿਲੇ। ਉਹਨਾਂ ਦਾ ਨਾਵਲ ਕਥਾ ਕਹੋ ਉਰਵਸ਼ੀ ਕਿਸੇ ਤਾਰਫ ਦਾ ਮੁਹਤਾਜ ਨਹੀਂ, ਔਰ ਉਹਨਾਂ ਨੂੰ ਜਿਹੜਾ ਸਾਹਿਤ ਅਕੈਡਮੀ ਇਨਾਮ ਮਿਲਿਆ ਉਹ ਇਹੋ ਹਮਾਰਾ ਜੀਵਣਾ ਨਾਵਲ ਦੇ ਉੱਤੇ ਮਿਲਿਆ। ਬਹੁਤ ਸਾਰੀਆਂ ਪੁਸਤਕਾਂ ਮਾਂ ਪੰਜਾਬੀ ਦੀ ਝੋਲੀ ਉਹਨਾਂ ਨੇ ਪਾਈਆਂ ਅਤੇ ਉਹਨਾਂ ਵਰਗੀ ਸ਼ਖਸੀਅਤ ਦੇ ਹੀ ਵੱਸ ਵਿੱਚ ਆਇਆ ਹੈ ਕਿ ਉਹਨਾਂ ਨੇ ਜੋ ਇੱਕ ਵਾਰ ਕਿਹਾ ਸੀ ਕਿ ਮੈਂ ਲੋਕਾਂ ਦੇ ਨਾਲ ਜੁੜੀ ਹੋਈ ਹਾਂ, ਮੈਨੂੰ ਪਰਮਾਤਮਾ ਨੇ ਜੋ ਤਰੱਕੀ ਅਤੇ ਪ੍ਰਸਿੱਧੀ ਮਾਣ ਬਖਸ਼ਿਆ, ਮੈਂ ਸਦਾ ਸ਼ੁਕਰਗੁਜ਼ਾਰ ਰਹਾਂਗੀ। ਪਰ ਮੈਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਇਸ ਚੀਜ਼ ਵਿੱਚ ਹੈ ਕਿ ਜਿਹੜੇ ਮੇਰੇ ਸਟੂਡੈਂਟ ਨੇ, ਜਿਹੜੇ ਮੇਰੇ ਸ਼ਾਗਿਰਦ ਨੇ, ਉਹਨਾਂ ਨੂੰ ਵੀ ਪੰਜਾਬੀ ਲੋਕਾਂ ਨੇ ਬਹੁਤ ਮਾਣ ਬਖਸ਼ਿਆ। ਮੈਂ ਜ਼ਿਕਰ ਕਰਾਂਗਾ ਯੁੱਗ ਕਵੀ ਡਾਕਟਰ ਸੁਰਜੀਤ ਪਾਤਰ ਦਾ, ਔਰ ਉਹਨਾਂ ਵਰਗੇ ਹੋਰ ਬਹੁਤ ਸਾਰੇ ਸਾਹਿਤਕਾਰ ਜਿਹੜੇ ਡਾਕਟਰ ਦਲੀਪ ਕੌਰ ਟਿਵਾਣਾ ਦੇ ਵਿਦਿਆਰਥੀ ਰਹੇ ਨੇ ਅਤੇ ਅੱਜ ਸਾਹਿਤ ਜਗਤ ਵਿੱਚ ਉਹਨਾਂ ਦਾ ਇੱਕ ਬਹੁਤ ਉੱਚਾ ਮੁਕਾਮ ਹੈ। ਸੋ ਗੱਲ ਕਰੀਏ ਡਾਕਟਰ ਦਲੀਪ ਕੌਰ ਟਿਵਾਣਾ ਦੀ ਪ੍ਰਸਿੱਧ ਕਹਾਣੀ ਸਤੀਆਂ ਸੇਈ ਦੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਗੁਰੂ ਸਾਹਿਬਾਨ ਦੀ ਜਿਹੜੀ ਤੁਕ ਹੈ ਗੁਰੂ ਅਮਰਦਾਸ ਜੀ ਦੀ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸਲੀ ਸਤੀਆਂ ਕੌਣ ਹੁੰਦੀਆਂ ਨੇ, ਇਹ ਕਹਾਣੀ ਉਸ ਪਾਸੇ ਵੱਲ ਸੰਕੇਤ ਕਰਦੀ ਹੈ। ਸਤੀ ਪ੍ਰਥਾ ਬਾਰੇ ਤੁਸੀਂ ਇਤਿਹਾਸ ਵਿੱਚ ਪੜ੍ਹਦੇ ਹੋ ਕਿ ਜਦੋਂ ਇਹ ਇੱਕ ਕੁਪ੍ਰਥਾ ਸੀ, ਇਹ ਕੋਈ ਚੰਗੀ ਪ੍ਰਥਾ ਨਹੀਂ ਸੀ। ਬਹੁਤ ਸਾਰੇ ਇਲਾਕਿਆਂ ਵਿੱਚ ਜਦੋਂ ਕੋਈ ਪਤੀ ਕਿਸੇ ਦਾ ਮਰ ਜਾਂਦਾ ਸੀ ਤਾਂ ਔਰਤ ਨੂੰ ਅਗਨ ਦੇ ਵਿੱਚ, ਉਹਦੀ ਚਿਤਾ ਦੇ ਵਿੱਚ ਨਾਲ ਹੀ ਸੜਨ ਲਈ ਮਜਬੂਰ ਕੀਤਾ ਜਾਂਦਾ ਸੀ। ਪਰ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸਲੀ ਸਤੀ ਇਸਤਰੀ ਉਹ ਹੈ ਜੋ ਆਪਣੇ ਆਪ ਉੱਤੇ ਕਾਬੂ ਰੱਖਦੀ ਹੈ ਅਤੇ ਆਪਣੇ ਪਤੀ ਦੇ ਵਿਛੋੜੇ ਦੇ ਵਿੱਚ, ਵਿਛੋੜੇ ਦੇ ਗਮ ਵਿੱਚ, ਉਹਦੇ ਬਿਰਹਾ ਦੀ ਅਗਨ ਦੇ ਵਿੱਚ ਜਲਦੀ ਹੈ, ਨਾ ਕਿ ਚਿਤਾ ਦੀ ਅਗਨ ਵਿੱਚ ਜਲਦੀ ਹੈ। ਸਤੀਆਂ ਸੇਈ ਇੱਕ ਬੜਾ ਸੰਕੇਤਾਤਮਕ ਉਹਨਾਂ ਦਾ ਇਹ ਟਾਈਟਲ ਹੈ, ਸਿਰਲੇਖ ਹੈ ਜੋ ਇਸ ਕਹਾਣੀ ਨੂੰ ਮਿਲਿਆ। ਅਤੇ ਇਹ ਕਹਾਣੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਮੰਗੇਤਰ ਨੂੰ ਆਪਣੀ ਕਲਪਨਾ ਦੇ ਵਿੱਚ ਲਿਆ ਕੇ, ਜਿਹੜੀ ਕਹਾਣੀ ਦੀ ਮੈਂ ਪਾਤਰ ਹੈ ਡਾਕਟਰ ਦਲੀਪ ਕੌਰ ਟਿਵਾਣਾ ਨੇ ਜਿਸ ਮੈਂ ਪਾਤਰ ਦੀ ਸਿਰਜਣਾ ਕੀਤੀ ਹੈ, ਉਹ ਆਪਣੀ ਕਲਪਨਾ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਮੰਗੇਤਰ ਨੂੰ ਆਪਣੇ ਨਾਲ ਲਿਆ ਕੇ ਅਤੇ ਇਸ ਕਹਾਣੀ ਨੂੰ ਬੁਣਦੀ ਹੈ। ਇਹ ਡਾਕਟਰ ਦਲੀਪ ਕੌਰ ਟਿਵਾਣਾ ਦੀ ਖਾਸੀਅਤ ਹੈ ਕਿ ਏਡੇ ਮਹੱਤਵਪੂਰਨ ਵਿਸ਼ੇ ਨੂੰ ਇੰਨੇ ਸੋਹਣੇ ਤਰੀਕੇ ਨਾਲ ਉਹ ਪੇਸ਼ ਕਰ ਰਹੇ ਨੇ ਕਿ ਤੁਹਾਨੂੰ ਹਰ ਪੱਖ ਉਜਾਗਰ ਵੀ ਹੋ ਜਾਂਦਾ ਹੈ, ਔਰ ਉਹਨਾਂ ਨੇ ਇਸ ਸੂਖਮ ਵਿਸ਼ੇ ਨੂੰ ਇੰਨੀ ਸੋਹਣੇ ਤਰੀਕੇ ਨਾਲ ਸਿਰਜਿਆ ਜੋ ਸਮਾਜ, ਜੋ ਦੁਨੀਆ ਨਹੀਂ ਸੋਚ ਸਕੀ ਜਾਂ ਨਹੀਂ ਸਿਰਜ ਸਕੀ, ਉਹ ਡਾਕਟਰ ਦਲੀਪ ਕੌਰ ਟਿਵਾਣਾ ਨੇ ਕਰ ਵਿਖਾਇਆ। ਆਓ ਕੁਝ ਸਲਾਈਡਾਂ ਰਾਹੀਂ ਇਸ ਕਹਾਣੀ ਦੇ ਮੁੱਖ ਪੱਖਾਂ ਦੇ ਉੱਤੇ ਵਿਚਾਰ ਕਰੀਏ। ਸਤੀਆਂ ਸੇਈ ਕਹਾਣੀ ਸਾਡੀ ਪਾਠ ਪੁਸਤਕ ਲਾਜ਼ਮੀ ਪੰਜਾਬੀ ਭਾਗ 12 ਵਿੱਚ ਸ਼ਾਮਲ ਕੀਤੀ ਗਈ ਹੈ। ਇਸ ਦੀ ਰਚਨਾ ਪ੍ਰਸਿੱਧ ਗਲਪਕਾਰ ਡਾਕਟਰ ਦਲੀਪ ਕੌਰ ਟਿਵਾਣਾ ਨੇ ਕੀਤੀ ਹੈ। ਡਾਕਟਰ ਦਲੀਪ ਕੌਰ ਟਿਵਾਣਾ ਸਾਹਿਤ ਅਕੈਡਮੀ ਅਤੇ ਸਰਸਵਤੀ ਸਨਮਾਨ ਹਾਸਲ ਕਰਨ ਵਾਲੇ ਸਾਹਿਤਕਾਰ ਹਨ। ਇਹ ਕਹਾਣੀ ਸਮਾਜਿਕ, ਮਾਨਸਿਕ, ਇਤਿਹਾਸਿਕ ਅਤੇ ਸੱਭਿਆਚਾਰਕ ਪ੍ਰਸੰਗਾਂ ਨੂੰ ਬਾਖੂਬੀ ਮੁਖਾਤਿਬ ਹੈ। ਬਾਖੂਬੀ ਬਹੁਤ ਵਧੀਆ ਤਰੀਕੇ ਨਾਲ, ਖੂਬੀ ਨਾਲ
ਮੁਖਾਤਿਬ ਹੈ, ਸੰਬੋਧਿਤ ਹੈ। ਇਸ ਕਹਾਣੀ ਵਿੱਚ ਲੇਖਕਾ ਨੇ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਦੇ ਮਨ ਦੀਆਂ ਭਾਵਨਾਵਾਂ ਨੂੰ ਬੜੇ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਹੈ। ਇੱਕ ਵਾਰ ਲੇਖਕਾ ਜਦੋਂ ਸਫ਼ਰ ਕਰ ਰਹੀ ਸੀ ਤਾਂ ਉਸ ਸਫ਼ਰ ਦੌਰਾਨ ਇੱਕ ਮੰਗਤੇ ਦੇ ਮੂੰਹੋਂ ਭਗਤ ਸਿੰਘ ਦੀ ਮੰਗੇਤਰ ਬਾਰੇ ਗੀਤ ਸੁਣ ਕੇ ਉਹ ਆਪਣੀ ਕਲਪਨਾ ਦੇ ਵਹਿਣ ਵਿੱਚ ਵਹਿ ਤੁਰੀ। ਹੁਣ ਇੱਥੇ ਤੁਹਾਡੀ ਸੌਖ ਵਾਸਤੇ ਮੈਂ ਲਿਖਿਆ ਕਿ ਇੱਕ ਵਾਰ ਲੇਖਕਾ ਸਫ਼ਰ ਕਰ ਰਹੀ ਸੀ, ਕਿਉਂਕਿ ਕਹਾਣੀ ਵਿੱਚ ਉਹਨਾਂ ਨੇ ਮੈਂ ਸ਼ਬਦ ਵਰਤਿਆ। ਪਰ ਸਹੀ ਤਰੀਕਾ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਸਾਹਿਤਕਾਰ ਮੈਂ ਸ਼ਬਦ ਵਰਤਦਾ ਤਾਂ ਉਹਨੂੰ ਅਸੀਂ ਕਹਾਣੀਕਾਰ ਨਾ ਕਹੀਏ ਜਾਂ ਕਹਾਣੀ ਲੇਖਕਾ ਨਾ ਕਹੀਏ, ਅਸੀਂ ਕਹਾਣੀ ਦੀ ਮੈਂ ਪਾਤਰ ਕਹੀਏ। ਸੋ ਆਪਾਂ ਲਿਖਿਆ ਭਾਵੇਂ ਡਾਕਟਰ ਦਲੀਪ ਕੌਰ ਟਿਵਾਣਾ ਵੱਲੋਂ ਹੈ, ਪਰ ਉਹਨਾਂ ਨੇ ਇੱਕ ਮੈਂ ਪਾਤਰ ਕ੍ਰੀਏਟ ਕੀਤਾ। ਸੋ ਉਹਦੇ ਵਿੱਚ ਕੀ ਕਹਿ ਰਹੇ ਆ ਉਹ ਕਿ ਉਹ ਜਦੋਂ ਇੱਕ ਵਾਰ ਸਫ਼ਰ ਮੈਂ ਪਾਤਰ ਕਰ ਰਹੀ ਸੀ ਤਾਂ ਇੱਕ ਮੰਗਤੇ ਦੇ ਮੂੰਹੋਂ ਭਗਤ ਸਿੰਘ ਦੀ ਮੰਗੇਤਰ ਬਾਰੇ ਉਹਨਾਂ ਨੇ ਗੀਤ ਸੁਣਿਆ ਅਤੇ ਉਹ ਗੀਤ ਉਹਨਾਂ ਨੂੰ ਕਲਪਨਾ ਦੇ ਵਿੱਚ ਲੈ ਗਿਆ। ਹਕੀਕਤ ਦੇ ਵਿੱਚ ਭਗਤ ਸਿੰਘ ਦੀ ਮੰਗੇਤਰ ਜਿਹੜੀ ਹੈ ਉਹਨਾਂ ਦੇ ਨਾਲ ਉਸ ਮੈਂ ਪਾਤਰ ਦੀ ਮੁਲਾਕਾਤ ਨਹੀਂ ਹੋ ਰਹੀ, ਲੇਕਿਨ ਕਲਪਨਾ ਦੇ ਵਿੱਚ ਉਹ ਲੜਕੀ ਉਹਨਾਂ ਦੇ ਸਾਹਮਣੇ ਆ ਕੇ ਖੜੀ ਹੋ ਗਈ। ਅਤੇ ਕਲਪਨਾ 'ਚ ਕੀ ਹੋਇਆ, ਲੇਖਿਕਾ ਡਾਕਟਰ ਦਲੀਪ ਕੌਰ ਟਿਵਾਣਾ ਦੀ ਮੈਂ ਪਾਤਰ ਕਲਪਨਾ ਕਰਦੀ ਹੈ ਕਿ ਭਗਤ ਸਿੰਘ ਦੀ ਸ਼ਹੀਦੀ ਪਿੱਛੋਂ ਉਸ ਦੀ ਮੰਗੇਤਰ ਨੇ ਭਗਤ ਸਿੰਘ ਦੀ ਯਾਦ ਵਿੱਚ ਆਪਣਾ ਪੂਰਾ ਜੀਵਨ ਕਿਸ ਰੂਪ ਵਿੱਚ ਬਤੀਤ ਕੀਤਾ ਹੋਵੇਗਾ। ਲੇਖਿਕਾ ਦੀ ਕਲਪਨਾ ਵਿੱਚ ਭਗਤ ਸਿੰਘ ਦੀ ਮੰਗੇਤਰ ਆਪਣੀ ਜੀਵਨ ਕਹਾਣੀ ਨੂੰ ਬਿਆਨ ਕਰਦੀ ਹੋਈ ਕਹਿੰਦੀ ਹੈ, ਮੈਂ ਹਵਾਲਾ ਕਹਾਣੀ 'ਚੋਂ ਦੇ ਰਿਹਾ। ਭਗਤ ਸਿੰਘ ਦੀ ਮੰਗੇਤਰ ਜਿਹੜੀ ਉਹ ਮੈਂ ਪਾਤਰ ਦੀ ਕਲਪਨਾ ਵਿੱਚ ਆਈ ਹੈ, ਉਹ ਕੀ ਕਹਿ ਰਹੀ ਹੈ, ਮੈਨੂੰ ਉਸ ਦੀ ਇੱਜ਼ਤ ਦਾ ਬਹੁਤ ਖਿਆਲ ਸੀ। ਜੇ ਮੈਂ ਸਾਹਸ ਨਾ ਰੱਖਦੀ ਤਾਂ ਲੋਕਾਂ ਨੇ ਕਹਿਣਾ ਸੀ ਕਿ ਇਹ ਭਗਤ ਸਿੰਘ ਦੀ ਮੰਗੇਤਰ ਹੈ। ਮਿਹਨਤ ਮਜ਼ਦੂਰੀ ਕੀਤੀ, ਕਪਾਹਾਂ ਚੁਗੀਆਂ, ਕੱਤਣ ਕੱਤਿਆ, ਪੀਣੇ ਪੀਠੇ, ਕੋਠੇ ਲਿੱਪੇ, ਘਾਹ ਖੋਤੇ ਅਤੇ ਡੰਗ ਟਪਾਇਆ। ਹੁਣ ਇੱਥੇ ਸੋਚਣ ਵਾਲੀ ਗੱਲ ਕੀ ਹੈ, ਜਦੋਂ ਵੀ ਕੋਈ ਸ਼ਹੀਦ ਹੁੰਦਾ ਹੈ ਦੇਸ਼ ਲਈ ਤਾਂ ਉਸ ਦੀ ਵਿਧਵਾ ਨੂੰ ਬਹੁਤ ਸਾਰੇ ਸਨਮਾਨ ਜਾਂ ਸਹੂਲਤਾਂ ਸਰਕਾਰਾਂ ਵੱਲੋਂ ਜਾਂ ਸਮਾਜ ਵੱਲੋਂ ਦਿੱਤੀਆਂ ਜਾਂਦੀਆਂ ਨੇ। ਪਰ ਭਗਤ ਸਿੰਘ ਦੀ ਮੰਗੇਤਰ ਕਿਉਂਕਿ ਭਗਤ ਸਿੰਘ ਨਾਲ ਵਿਆਹੀ ਨਹੀਂ ਸੀ, ਇਸ ਕਰਕੇ ਉਹ ਇਹਨਾਂ ਚੀਜ਼ਾਂ ਦੀ ਕਾਨੂੰਨੀ ਤੌਰ 'ਤੇ ਹੱਕਦਾਰ ਨਹੀਂ ਸੀ। ਅਤੇ ਅਸੀਂ ਜਦੋਂ ਭਗਤ ਸਿੰਘ ਦੀ ਫੋਟੋ ਲਾ ਕੇ ਜਾਂ ਕਈ ਵਾਰੀ ਕਈ ਤਰ੍ਹਾਂ ਦੇ ਅਡੰਬਰ ਜਿਹੇ ਰਚਦੇ ਜਾਂ ਸਿਰਫ ਉਹਨੂੰ ਫੁੱਲ ਮਾਲਾ ਪਹਿਨਾਉਂਦੇ ਨਜ਼ਰ ਆਉਂਦੇ ਹਾਂ ਤਾਂ ਉਦੋਂ ਸਾਡੇ 'ਤੇ ਸਵਾਲ ਉੱਠਦਾ ਹੈ ਕਿ ਕੀ ਅਸੀਂ ਭਗਤ ਸਿੰਘ ਦੀ ਸੋਚ ਨਾਲ ਖੜ੍ਹੇ ਹਾਂ ਜਾਂ ਕੀ ਅਸੀਂ ਉਹਨਾਂ ਲੋਕਾਂ ਨਾਲ ਖੜ੍ਹੇ ਹਾਂ ਜਿਹੜੇ ਭਗਤ ਸਿੰਘ ਦੀ ਸੋਚ ਨਾਲ ਖੜ੍ਹੇ ਸੀ। ਸੋ ਭਗਤ ਸਿੰਘ ਦੀ ਮੰਗੇਤਰ ਲੇਖਕਾ ਵੱਲੋਂ ਸਿਰਜੀ ਮੈਂ ਪਾਤਰ ਦੀ ਸੋਚ ਵਿੱਚ ਆ ਕੇ ਕੀ ਕਹਿ ਰਹੀ ਆ ਕਿ ਮੈਂ ਬਹੁਤ ਔਖੇ ਦਿਨ ਕੱਟੇ ਪਰ ਕਿਸੇ ਅੱਗੇ ਹੱਥ ਨਹੀਂ ਅੱਡਿਆ ਤਾਂ ਕਿ ਭਗਤ ਸਿੰਘ ਦੀ ਸੋਚ ਨੂੰ, ਅਣਖ ਨੂੰ, ਇੱਜ਼ਤ ਨੂੰ ਲਾਜ ਨਾ ਲੱਗ ਜਾਵੇ। ਉਹ ਅੱਗੋਂ ਬਿਆਨ ਕਰਦੀ ਹੈ, ਭਗਤ ਸਿੰਘ ਦੀ ਮੰਗੇਤਰ ਇੱਕ ਕਲਪਨਾ ਵਿੱਚ ਬਿਆਨ ਕਰ ਰਹੀ ਹੈ ਕਿ ਜ਼ਿੰਦਗੀ ਲੰਮੀ ਸੀ, ਜੇ ਉਹ ਮਾਪਿਆਂ ਦੇ ਘਰ ਜਾਂਦੀ ਤਾਂ ਉਹਨਾਂ ਭਗਤ ਸਿੰਘ ਨੂੰ ਗੈਰ ਜ਼ਿੰਮੇਵਾਰ ਠਹਿਰਾ ਦੇਣਾ ਸੀ। ਜੇ ਕਿਸੇ ਕੋਲੋਂ ਮੰਗਦੀ ਤਾਂ ਭਗਤ ਸਿੰਘ ਦੀ ਇੱਜ਼ਤ ਰੁਲਦੀ, ਅਤੇ ਜੇਕਰ ਉਹ ਭਗਤ ਸਿੰਘ ਦੇ ਘਰ ਚਲੀ ਜਾਂਦੀ ਤਾਂ ਲੋਕਾਂ ਨੇ ਹੋਰ ਦੀਆਂ ਹੋਰ ਗੱਲਾਂ ਬਣਾ ਦੇਣੀਆਂ ਸੀ, ਕਿਉਂਕਿ ਉਹਦਾ ਵਿਆਹ ਹੀ ਥੋੜ੍ਹੀ ਸੀ, ਉਹਦਾ ਤਾਂ ਮੰਗਣਾ ਹੀ ਹੋਇਆ ਸੀ। ਡਾਕਟਰ ਟਿਵਾਣਾ ਦੀ ਕਲਪਨਾ ਵਿੱਚ ਜਿਹੜੀ ਉਹਨਾਂ ਨੇ ਕਲਪਨਾ ਵਿੱਚ ਭਗਤ ਸਿੰਘ ਦੀ ਮੰਗੇਤਰ ਦੇ ਨਾਲ ਗੱਲ ਕੀਤੀ ਹੈ, ਉਸ ਨੂੰ ਅਗਲੇ ਜਨਮ ਦੀ ਆਸ ਹੈ ਅਤੇ ਭਗਤ ਸਿੰਘ ਨੂੰ ਮਿਲਣ ਦੀ ਉਮੀਦ ਉਸ ਨੂੰ ਢਾਰਸ ਦਿੰਦੀ ਹੈ। ਲੇਖਕਾਂ ਨੂੰ ਲੱਗਿਆ ਜਿਵੇਂ ਭਗਤ ਸਿੰਘ ਦੀ ਮੰਗੇਤਰ ਕਹਿ ਰਹੀ ਹੋਵੇ, ਪਿਛਲਾ ਵਰਾ ਰੋ ਰੋ ਕੇ ਤੁਰ ਚੱਲਿਆ, ਅਗਲਾ ਵੀ ਖੜਾ ਉਦਾਸ, ਕਿਹੜੇ ਵੇ ਮੁਨੀ ਸਰਾਪਿਆ, ਤੂੰ ਮੁੜ ਨਾ ਪੁੱਛੀ ਬਾਤ। ਇਹ ਲੋਕ ਤੁਕਾਂ ਉਹਦੇ ਮਨ ਵਿੱਚ ਆਉਂਦੀਆਂ ਨੇ ਮੈਂ ਪਾਤਰ ਦੇ। ਉਹਨੂੰ ਲੱਗ ਰਿਹਾ ਕਿ ਭਗਤ ਸਿੰਘ ਦੀ ਮੰਗੇਤਰ ਆ ਤੁਕਾਂ ਉਹਦੇ ਸਾਹਮਣੇ ਬੋਲ ਰਹੀ ਹੈ, ਜਿਹਦੇ ਵਿੱਚ ਉਹ ਆਪਣੇ ਮਨ ਦੇ ਭਾਵ, ਮਨ ਦੀ ਉਦਾਸੀ ਅਤੇ ਮਨ ਦੀ ਪੀੜਾ ਨੂੰ ਬਿਆਨ ਕਰ ਰਹੀ ਹੈ। ਡਾਕਟਰ ਟਿਵਾਣਾ ਦੀ ਕਲਪਨਾ ਵਿੱਚ ਜਾਂ ਡਾਕਟਰ ਟਿਵਾਣਾ ਵੱਲੋਂ ਸਿਰਜੀ ਮੈਂ ਪਾਤਰ ਦੀ ਕਲਪਨਾ ਵਿੱਚ ਭਗਤ ਸਿੰਘ ਦੀ ਮੰਗੇਤਰ ਇਹ ਇੱਛਾ ਦਰਸਾਉਂਦੀ ਹੈ ਕਿ ਉਸ ਨੂੰ ਵੀ ਚੰਗਾ ਲੱਗਦਾ ਜੇਕਰ ਕੋਈ ਆ ਕੇ ਕਹਿ ਦਿੰਦਾ ਕਿ ਭਗਤ ਸਿੰਘ ਅਜੇ ਜਿਉਂਦਾ ਹੈ, ਉਸ ਨੂੰ ਫਾਂਸੀ ਨਹੀਂ ਹੋਈ। ਪਰ ਜੋ ਅਸੀਂ ਸੋਚਦੇ ਹਾਂ ਉਹ ਹੁੰਦਾ ਨਹੀਂ, ਉਸ ਨੂੰ ਇਹ ਗੱਲ ਕਿਸੇ ਨੇ ਆਖੀ ਨਹੀਂ ਕਿਉਂਕਿ ਅਜਿਹਾ ਕੁਝ ਹੋਇਆ ਹੀ ਨਹੀਂ। ਭਗਤ ਸਿੰਘ ਨੂੰ ਫਾਂਸੀ ਹੋਈ ਅਤੇ ਉਹ ਸ਼ਹੀਦ ਹੋ ਗਿਆ।
ਕਲਪਨਾ ਵਿੱਚ ਡਾਕਟਰ ਟਿਵਾਣਾ ਨੂੰ ਭਗਤ ਸਿੰਘ ਦੀ ਮੰਗੇਤਰ ਦੀਆਂ ਅੱਖਾਂ ਅੰਦਰ ਗੁੱਸਾ, ਬਦਲੇ ਦੀ ਭਾਵਨਾ ਅਤੇ ਜੋਸ਼ ਵੀ ਨਜ਼ਰੀ ਆਉਂਦਾ ਹੈ, ਪਰ ਵਿੱਚ ਉਦਾਸੀ ਅਤੇ ਨਿਰਾਸ਼ਾ ਵੀ ਦਿਖਾਈ ਦਿੰਦੀ ਹੈ। ਡਾਕਟਰ ਦਲੀਪ ਕੌਰ ਟਿਵਾਣਾ ਗੁਰਮਤਿ ਦੀ ਤੁਕ ਦਾ ਹਵਾਲਾ ਦਿੰਦਿਆਂ ਭਗਤ ਸਿੰਘ ਦੀ ਮੰਗੇਤਰ ਦੀ ਟੁੱਟੀ ਹੋਈ ਜੁੱਤੀ ਅਤੇ ਟਾਕੀਆਂ ਵਾਲੀ ਕਮੀਜ਼ ਨੂੰ ਵੇਖ ਕੇ ਉਸ ਨੂੰ ਅਸਲੀ ਸਤੀ ਇਸਤਰੀ ਦੀ ਸ਼੍ਰੇਣੀ ਵਿੱਚ ਰੱਖਦੇ ਹਨ। ਡਾਕਟਰ ਟਿਵਾਣਾ ਸੋਚਦੀ ਹੈ ਕਿ ਅਸਲੀ ਸਤੀ ਤਾਂ ਇਹ ਹੈ ਜਿਹਨੇ ਪੂਰਾ ਜਤ ਸਤ ਕਾਇਮ ਰੱਖਿਆ, ਜਿਹਨੇ ਭਗਤ ਸਿੰਘ ਦੇ ਨਾਲ ਰਿਸ਼ਤੇ ਨੂੰ ਨਿਭਾਇਆ। ਇਸ ਤੋਂ ਵੱਡੀ ਜਤੀ ਸਤੀ ਇਸਤਰੀ ਕੀ ਹੋ ਸਕਦੀ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਅਸਲੀ ਸਤੀ ਦੇ ਕੀ ਗੁਣ ਹਨ, ਅਤੇ ਡਾਕਟਰ ਦਲੀਪ ਕੌਰ ਟਿਵਾਣਾ ਦੀ ਕਲਪਨਾ ਵਿੱਚ ਆਈ ਭਗਤ ਸਿੰਘ ਦੀ ਮੰਗੇਤਰ ਜਿਹੜੀ ਹੈ ਉਹਦੇ ਹਾਲਾਤਾਂ ਨੂੰ ਜਾਣ ਕੇ ਉਹਨਾਂ ਨੂੰ ਲੱਗਦਾ ਹੈ ਕਿ ਅਸਲੀ ਸਤੀ ਇਸਤਰੀ ਇਹ ਭਗਤ ਸਿੰਘ ਦੀ ਮੰਗੇਤਰ ਹੈ। ਕਹਾਣੀ ਦੇ ਅੰਤ ਵਿੱਚ ਜਦੋਂ ਗੱਡੀ ਸਟੇਸ਼ਨ 'ਤੇ ਪਹੁੰਚ ਜਾਂਦੀ ਹੈ ਤਾਂ ਉਹ ਮੰਗਤਾ ਜਿਸ ਦੇ ਗੀਤ ਨਾਲ ਲੇਖਕਾ ਦਾ ਧਿਆਨ ਜਾਂ ਲੇਖਕਾ ਵੱਲੋਂ ਸਿਰਜੇ ਮੈਂ ਪਾਤਰ ਦਾ ਧਿਆਨ ਭਗਤ ਸਿੰਘ ਦੀ ਮੰਗੇਤਰ ਵੱਲ ਗਿਆ ਸੀ, ਦੁਬਾਰਾ ਉਹੀ ਗੀਤ ਗਾ ਕੇ ਉਸ ਦੀ ਖਿਆਲਾਂ ਦੀ ਬਿਰਤੀ ਨੂੰ ਭੰਗ ਕਰ ਦਿੰਦਾ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਜਿਹੜੀ ਕਹਾਣੀ ਹੈ ਇਹਦੇ ਵਿੱਚ ਕਲਪਨਾ ਦੇ ਨਾਲ ਹੀ ਸਾਰੀ ਉਸਾਰੀ ਕੀਤੀ ਗਈ ਹੈ। ਜਦੋਂ ਮੰਗਤੇ ਦੀ ਆਵਾਜ਼ ਲੇਖਕਾ ਦੀ ਮੈਂ ਪਾਤਰ ਦੇ ਕੰਨਾਂ ਵਿੱਚ ਪੈਂਦੀ ਹੈ ਤਾਂ ਉਹਦੀ ਬਿਰਤੀ ਖਿਆਲਾਂ ਵਿੱਚ ਭਗਤ ਸਿੰਘ ਦੀ ਮੰਗੇਤਰ ਵਾਲੇ ਪਾਸੇ ਚਲੀ ਜਾਂਦੀ ਹੈ, ਅਤੇ ਜਦੋਂ ਦੁਬਾਰਾ ਆਵਾਜ਼ ਕੰਨਾਂ 'ਚ ਪੈਂਦੀ ਹੈ ਤਾਂ ਉਹਦੀ ਬਿਰਤੀ ਜਿਹੜੀ ਵਾਪਸ ਆ ਜਾਂਦੀ ਹੈ, ਅਤੇ ਉਹ ਫਿਰ ਮੁੜ ਤੋਂ ਕੀ ਕਰਨ ਲੱਗਦੀ ਹੈ, ਉਹ ਫਿਰ ਉਸ ਥਾਂ 'ਤੇ ਪਹੁੰਚ ਜਾਂਦੀ ਹੈ ਜਿੱਥੇ ਹੁੰਦੀ ਹੈ। ਸਟੇਸ਼ਨ 'ਤੇ ਉਹੀ ਮੰਗਤਾ ਫਿਰ ਉਹਨੂੰ ਗਾਉਂਦਾ ਨਜ਼ਰ ਆਉਂਦਾ। ਇਸ ਤਰ੍ਹਾਂ ਇਹ ਕਹਾਣੀ ਸਮਾਜਿਕ, ਇਤਿਹਾਸਿਕ ਅਤੇ ਮਨੋਵਿਗਿਆਨਕ ਪ੍ਰਸੰਗਾਂ ਨੂੰ ਇੱਕੋ ਸਮੇਂ ਕਲਪਨਾ ਅਤੇ ਹਕੀਕਤ ਦੇ ਰੂਪ ਵਿੱਚ ਪੇਸ਼ ਕਰਦੀ ਹੈ। ਸੋ ਇਹ ਕਹਾਣੀ ਇੱਕ ਬਹੁਤ ਮਹਾਨ ਕਹਾਣੀ ਹੈ ਜਿਹੜੀ ਸਮਾਜਿਕ, ਇਤਿਹਾਸਿਕ ਅਤੇ ਮਨੋਵਿਗਿਆਨਕ ਪ੍ਰਸੰਗਾਂ ਨੂੰ ਇੱਕੋ ਸਮੇਂ ਕਲਪਨਾ ਅਤੇ ਹਕੀਕਤ ਹੁੰਦਾ ਸੱਚ, ਯਥਾਰਥ, ਕਲਪਨਾ ਵਿੱਚ ਵੀ ਅਤੇ ਹਕੀਕਤ ਵਿੱਚ ਵੀ ਇੱਕੋ ਸਮੇਂ ਇਹ ਪੇਸ਼ ਕਰਦੀ ਹੈ, ਅਤੇ ਇਹ ਇੱਕ ਬਹੁਤ ਮਹਾਨ ਕਹਾਣੀ ਹੈ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਸਲਾਹ ਹੈ ਕਿ ਇਸ ਕਹਾਣੀ ਦੇ ਪਾਠ ਨੂੰ, ਕਹਾਣੀ ਨੂੰ ਚੰਗੀ ਤਰ੍ਹਾਂ ਪੜ੍ਹੋ, ਕਈ ਵਾਰ ਪੜ੍ਹੋ, ਔਰ ਲੋਕਾਂ ਨੂੰ ਵੀ ਪੜ੍ਹਾਓ, ਸਮਝਾਓ, ਅਤੇ ਫਿਰ ਅਸੀਂ ਸੋਚੀਏ ਕਿ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਦੇ ਨਾਲ ਅਤੇ ਉਹਦੀ ਸੋਚ ਨਾਲ ਖੜ੍ਹੇ ਲੋਕਾਂ ਨਾਲ ਕਿੱਥੋਂ ਤੱਕ ਖੜ੍ਹੇ ਹਾਂ, ਕੀ ਖੜ੍ਹੇ ਵੀ ਹਾਂ ਕਿ ਨਹੀਂ, ਡੋਲ ਗਏ ਹਾਂ, ਕਿਤੇ ਅਸੀਂ ਦਿਖਾਵਾ ਤਾਂ ਨਹੀਂ ਕਰ ਰਹੇ। ਸੋ ਸੋਚਣਾ ਜ਼ਰੂਰੀ ਹੈ।